सत श्री अकाल जी सारिਆਂ ਨੂੰ। मैं रमनीत कौर सिद्धू ਤੁਹਾਡਾ स्वागत करती ਹਾਂ स्काई ड्रीम आइल्स इंस्टीट्यूट ਦੇ ਵਿੱਚ। ਅੱਜ मैं ਤੁਹਾਨੂੰ ਇੱਕ ਹੋਰ ਨਵੇਂ ਕੁਐਸਚਨ ਦੇ ਨਾਲ ਇੱਕ ਟੈਂਸ ਦੀ ਵੇਰੀਏਸ਼ਨ ਸਮਝਾਉਂਗੀ। ਅੱਜ ਤੱਕ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਟੂਡੈਂਟ ਆਪਾਂ ਪੜ੍ਹਿਆ ਹੈ ਕਿ 12 ਟੈਂਸਸ ਕਰ ਲਓ ਇੰਗਲਿਸ਼ ਆ ਜਾਊਗੀ, ਬਟ ਆਪਾਂ ਕੀ ਸੋਚਦੇ ਆ ਕਿ 12 ਟੈਂਸ ਦੇ 12 ਟੈਂਸ ਕਰ ਲਏ ਬਟ ਇੰਗਲਿਸ਼ ਤਾਂ ਆਈ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਰਾਜੇ ਆਪਾਂ ਰੱਟਾਫਿਕੇਸ਼ਨ ਦੇ ਵਿੱਚ ਟੈਂਸਸ ਕਰਦੇ ਆ, ਉਹਨਾਂ ਨੂੰ ਇੰਪਲੀਮੈਂਟਸ ਨਹੀਂ ਕਰਦੇ ਤੇ ਨਾ ਹੀ ਉਹਨਾਂ ਦੀ ਡੈਫੀਨੇਸ਼ਨਸ ਵਗੈਰਾ ਕਲੀਅਰ ਕਰਦੇ ਆ। ਤੁਸੀਂ 12 ਟੈਂਸ ਤਾਂ ਬੜੀ ਦੂਰ ਦੀ ਗੱਲ ਹੈ, ਤੁਸੀਂ ਸਿਰਫ ਮੇਰੇ 2 ਟੈਂਸ ਫੋਲੋ ਕਰ ਲਓ, ਤੁਹਾਨੂੰ ਇੰਨੀ ਜ਼ਿਆਦਾ ਇੰਪਰੂਵਮੈਂਟ ਮਤਲਬ ਫੀਲ ਹੋਊਗੀ ਕਿ ਸਿਰਫ ਤੁਹਾਡੀ ਸਪੀਕਿੰਗ ਦੇ ਵਿੱਚ ਨਹੀਂ, ਤੁਹਾਡੀ ਰਾਈਟਿੰਗ ਦੇ ਵਿੱਚ ਵੀ ਤੁਹਾਡੇ ਮੋਡਿਊਲ ਦੀ ਵੇਰੀਏਸ਼ਨ ਜਮਾ ਕਰੈਕਟ ਹੋ ਜੂਗੀ। ਤੁਹਾਨੂੰ ਇੱਕ ਸੈਂਸ ਸਮਝ ਆਊਗੀ ਕਿ ਐਗਜ਼ਾਮੀਨਰ ਨੇ ਜਿਹੜੀ ਤੁਹਾਡੀ ਸਪੀਕਿੰਗ ਲੈਣੀ ਹੈ, ਜਿਹੜੀ ਤੁਹਾਡੀ ਰਾਈਟਿੰਗ ਲੈਣੀ ਹੈ, ਠੀਕ ਹੈ, ਉਹਦੇ ਵਿੱਚ ਤੁਹਾਡਾ ਨੈਚੁਰਲ ਪੋਰਸ਼ਨ ਇਸ 2 ਟੈਂਸਸ ਨੂੰ ਫੋਲੋ ਕਰਨ ਤੋਂ ਬਾਅਦ ਡੈਫੀਨੇਟਲੀ ਆ ਜਾਊਗਾ। शुरू करते हैं आप। सब तो पहला अपना प्रेजेंट टेंस है, इन्हों मैं 3 पार्ट्स ਦੇ ਵਿੱਚ ਡਿਵਾਈਡ ਕੀਤਾ ਹੈ ਕਿਉਂਕਿ ਮੋਸਟ ਆਫ ਦਾ ਸਟੂਡੈਂਟ ਕੋਲੇ ਬਹੁਤ ਸਾਰੀਆਂ ਕਨਫਿਊਜ਼ਨਸ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਵਾਲੇ ਟੈਂਸਸ ਪ੍ਰੋਪਰਲੀ ਕਲੀਅਰ ਨਹੀਂ ਹੁੰਦੇ। ਸੋ ਫਸਟ ਕੁਐਸਚਨ ਆਪਣੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਆਪਾਂ ਨੇ ਸ਼ੁਰੂ ਕੀਤਾ ਸਬਜੈਕਟ ਇਜ਼ ਐਮਆਰ ਪਲੱਸ ਆਬਜੈਕਟ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਣੇ ਕੋਲੇ ਕੋਈ ਵਰਬ ਨਹੀਂ ਹੁੰਦੀ, ਕੁਝ ਵੀ ਨਹੀਂ, ਇੱਕ ਸਿੰਪਲ ਪੋਰਸ਼ਨ ਦੇ ਤੌਰ ਤੇ ਇਜ਼ ਐਮਆਰ ਲੱਗਦਾ ਹੈ, ਬਟ ਇਹ ਕਿੱਥੇ ਲੱਗਦਾ ਹੈ when we describe about the quality of person, name of person and profession of person। ਜਦੋਂ ਆਪਾਂ ਇੱਕ ਬੰਦੇ ਦਾ ਕਿੱਤਾ, ਇੱਕ ਬੰਦੇ ਦਾ ਨੇਮ ਐਂਡ ਇੱਕ ਬੰਦੇ ਦੀ ਕੁਆਲਿਟੀ ਐਕਸਪਲੇਨ ਕਰਦੇ ਆ, ਜਿਵੇਂ ਸਿੰਪਲ ਗੱਲਾਂ ਕਰਦੇ ਆ, ਉਹਦੇ ਵਿੱਚ ਆਪਣੇ ਕੋਲੇ ਇਜ਼ ਐਮਆਰ ਆਉਂਦਾ। ਕਿਵੇਂ? ਲਾਈਕ ਮਾਈ ਨੇਮ ਇਜ਼ ਨਵਨੀਤ ਕੌਰ। ਉਸ ਤੋਂ ਬਾਅਦ ਮੇਰਾ ਪ੍ਰੋਫੈਸ਼ਨ ਕੀ ਹੈ? ਆਈ ਐਮ ਅ ਟੀਚਰ। ਉਸ ਤੋਂ ਬਾਅਦ ਮੇਰੀ ਕੁਆਲਿਟੀ ਕੀ ਹੈ? ਆਈ ਐਮ ਗੁੱਡ ਗਰਲ, ਆਈ ਐਮ ਵੈਰੀ ਇੰਟੈਲੀਜੈਂਟ। ਇਸ ਤਰ੍ਹਾਂ ਦੀਆਂ ਜਿਹੜੀਆਂ ਕੁਐਸਚਨਸ ਹੈ ਉਹ ਸਿਰਫ ਆਪਣੇ ਕੋਲੇ ਇਜ਼ ਐਮਆਰ ਦੇ ਨਾਲ ਕੁਐਸਚਨ ਆਉਂਦਾ ਜਦੋਂ ਆਪਾਂ ਇੱਕ ਸਿੰਪਲ ਗੱਲ ਨੂੰ, ਇੱਕ ਸਿੰਪਲ ਕੁਐਸਚਨ ਨੂੰ ਐਕਸਪਲੇਨ ਕਰਦੇ ਹਾਂ। ਨੈਕਸਟ ਜਿਹੜਾ ਕੁਐਸਚਨ ਹੈ ਉਹ ਆਪਣੇ ਕੋਲੇ ਸਟਾਰਟ ਹੁੰਦਾ ਹੈ ਹੈਜ਼ ਔਰ ਹੈਵ ਦੇ ਨਾਲ। ਇਹਦੇ ਨਾਲ ਲੱਗਦਾ ਹੈ ਸਬਜੈਕਟ ਐਂਡ ਪਲੱਸ ਆਬਜੈਕਟ। ਦੇਖੋ ਰਾਜੇ, ਮੈਂ ਤੁਹਾਨੂੰ ਕੋਈ ਵੀ ਟੈਂਸ ਅਦਰ ਟੈਂਸ ਨਹੀਂ ਕਰਵਾ ਰਹੀ, ਮੈਂ ਸਿਰਫ प्रेजेंट इंडेफिनिट टेंस करा रही हाँ। मैं इसे 3 पार्ट्स ਦੇ ਵਿੱਚ डिवाइड किया ताकि बच्चों के जिन्ने भी डाउट्स ने ते जितनियां भी मिस्टेक्स ने सारियां A to Z क्लीयर हो जान प्रॉपरली। हैव और हैव लगता है जी कोले वाली सेंसेस वास्ते, कोले वास्ते लाइक जिवें किसी दे कोले कोई चीज़ होवे ओदे वास्ते आपां सेंटेंसेस यूज करते हैं। एज यूजुअल जिवें अपने कोले हैज हुंदा है वो अपने कोले सिंगुलर सेंसेस दे विच आउंदा, ठीक है, ते हैव हुंदा है अपने कोले प्लूरल सेंसेस दे विच आउंदा है। जिवें आपां सिंगुलर सेंसेस केड़ियां ने? ही, शी और इट हो गया। प्लूरल सेंसेस केड़ियां ने? आई, वी और यू एंड दे। पहली गल तो ये चीज़ कन्फर्म होनी चाहिए है भी किहड़ा क्वेश्चन किहदे नाल कंटेन होगा। एस दे नाल कंटेन होया, ये भी एस दे नाल, सो दीज आर द सिंगुलर। इन्हां नूं सिंगुलर सेंसेस दे विच आपां एक्सप्लेन करांगे। चलो सब तो पहला अपने कोले हैज और हैव है, जिहड़ा आपां कोले है, जिहड़ियां चीज़ां अपने कोले हुंदियां ने उन्हां वास्ते आपां इन्हां नूं यूज करदे हां। 2-3 एग्जांपल सॉल्व करदे हां। जिवें सपोज करो मैनूं टीचिंग दे विच बहुत ज़्यादा इंटरस्ट है कि आ जाऊगा आई, दैट इज सब्जेक्ट, फिर उस तो बाद हैव, आई हैव इंटरस्ट इन टीचिंग, ठीक है, तो वो कोले वाली सेंसेस दे विच आ जाऊगा। हुण हैज है, एक मेरी मदर की गल कर लैंदे, मेरे मम्मा एक बच्चे नहीं है, मम्मा हमेशा एक हुंदी है, सो दैट्स वाई आपां की लगाउने आ हैज लगाउने आ। ते इहदे विच अपनी सेंटेंस फॉर्मेशन दे विच की बनूगा? माय मदर हैज अ लॉट ऑफ रिस्पॉन्सिबिलिटीज। मेरे मम्मा दी बहुत सारिया रिस्पॉन्सिबिलिटीज़ ने, बहुत सारिया जिम्मेवारियां ने, जिवें अपन पता ही अपनी मदर दी बहुत रिस्पॉन्सिबिलिटीज़ होंदियां ने, उन्हां वास्ते आपां की लगावांगे हैज। नैगेटिव सेंटेंसेस दे विच जिहड़ियां अपने कोले कोले वाली सेंसेस होंदियां, सम ऑफ द स्टूडेंट इहनूं यूज करदे आ हैज नॉट ते हैव नॉट, ਜਿਹੜਾ ਰਾਜੇ ਕਦੇ ਵੀ ਨਹੀਂ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ। ਜਿਹੜੀਆਂ ਨੈਗੇਟਿਵ ਸੈਂਸਸ ਹੁੰਦੀਆਂ ਉਹਨਾਂ ਦੇ ਵਿੱਚ ਹੈਜ਼ ਨॉट ਤੇ ਹੈਵ ਨॉट ਕਦੇ ਵੀ ਨਹੀਂ ਆਉਂਦਾ। ਆਪਣੇ ਕੋਲੇ ਕੀ ਆਊਗਾ? ਡੂ ਨॉट ਹੈਵ ਆਊਗਾ ਤੇ ਡਸ ਨॉट ਹੈਵ ਆਊਗਾ ਤੇ ਡੂ ਨॉट ਹੈਵ ਆਊਗਾ। ਸਿੰਗੂਲਰ ਸੈਂਸਸ ਦੇ ਵਿੱਚ ਆਪਣੇ ਕੋਲੇ ਡਸ ਨॉट ਹੈਵ ਆਊਗਾ ਤੇ ਪਲੂਰਲ ਸੈਂਸਸ ਦੇ ਵਿੱਚ ਆਪਣੇ ਕੋਲੇ ਡੂ ਨॉट ਹੈਵ ਆਊਗਾ। ਜਿਹੜੀਆਂ ਪਲੂਰਲ, ਕਈ ਬੱਚਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਡਸ ਦੇ ਨਾਲ ਹੈਜ਼ ਕਿਉਂ ਨਹੀਂ ਲੱਗਦਾ। ਜਦੋਂ ਆਪਾਂ ਡਸ ਨॉट ਲਗਾਤਾ ਬਿਕੋਜ਼ ਸਿੰਗੂਲਰ ਦੇ ਵਿੱਚ ਕੀ ਸੀ? ਹੈਵ ਸੀਗਾ, ਤੇ ਇਹਦੇ ਵਿੱਚ ਆਪਣੇ ਕੋਲੇ ਡਸ ਨॉट ਕਿਉਂ ਨਹੀਂ ਆਉਂਦਾ? ਡਸ ਨॉट ਦੇ ਨਾਲ ਹੈਜ਼ ਕਿਉਂ ਨਹੀਂ ਆਉਂਦਾ? ਇਹਦੇ ਨਾਲ ਆਪਣੇ ਕੋਲੇ ਹੈਵ ਹੀ ਕਿਉਂ ਆਉਂਦਾ? ਇਹਦਾ ਰੀਜ਼ਨ ਇਹ ਹੈ ਰਾਜੇ ਕਿ ਡੂ ਇਜ਼ ਦਾ ਫਰਸਟ ਫਾਰਮ, ਤਾਂ ਇਹਨੂੰ ਜਦੋਂ ਆਪਾਂ ਐਸ ਔਰ ਈਐਸ ਲਗਾਤਾ ਤਾਂ ਇਹ ਕੀ ਬਣ ਗਿਆ? ਸਿੰਗੂਲਰ ਸੈਂਸ ਬਣਦਾ।
बन गया। ਜਦੋਂ ਆਪਣੇ ਕੋਲੇ ਇੱਕ ਵਾਰ ਇਹਨੇ ਐਕਸਪਲੇਨ ਕਰਤਾ ਕਿ ਆਈ ਐਮ ਟਾਕਿੰਗ ਅਬਾਊਟ ਸਿੰਗੂਲਰ ਸੈਂਸਸ, ਤਾਂ ਦੁਬਾਰੇ ਜਿਹੜੀ ਸੈਂਸ ਆ ਉਹਨੂੰ ਆਪਾਂ ਸਿੰਗੂਲਰ ਦੇ ਵਿੱਚ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਤਾਂ ਕਰਕੇ ਆਪਣੇ ਕੋਲੇ ਕੀ ਆਊਗਾ, ਡਜ਼ ਨਾਟ ਹੈਵ ਆਊਗਾ। ਕਿਵੇਂ, ਜਿਵੇਂ ਸਪੋਜ਼ ਕਰੋ ਮੇਰੇ ਕੋਲੇ ਬਹੁਤ ਸਾਰੇ ਸਟੂਡੈਂਟ ਨਹੀਂ ਹੈਗੇ, ਆਈ ਡੂ ਨਾਟ ਹੈਵ ਮੈਨੀ ਸਟੂਡੈਂਟਸ। ਜਿਵੇਂ ਮੇਰੇ ਮੰਮਾ ਦੀਆਂ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਨਹੀਂ ਹੈਗੀਆਂ, ਮਾਈ ਮਦਰ ਇੱਕ ਵਚਨ ਹੋ ਗਿਆ, ਤਾਂ ਉਹਦੇ ਨਾਲ ਕੀ ਲੱਗੂਗਾ ਆਪਣੇ ਕੋਲੇ, ਡਜ਼ ਨਾਟ ਹੈਵ ਲੱਗੂਗਾ। ਤਾਂ ਕਿਵੇਂ ਆਊਗਾ ਕੁਐਸਚਨ ਕਿ ਮਾਈ ਮਦਰ ਡਜ਼ ਨਾਟ ਹੈਵ ਅ ਲੋਟ ਆਫ ਰਿਸਪੌਂਸਿਬਿਲਿटीज at my home because my grandmother is present, so that's why they divided their responsibilities always। ਤਾਂ ਉਹ ਜਿਹੜੀਆਂ ਆਪਣੀਆਂ ਰਿਸਪੌਂਸਿਬਿਲਿटीज ਆ ਹਮੇਸ਼ਾ ਡਿਵਾਈਡ ਕਰਕੇ ਕਰਦੇ ਆ, that's why ਉਹਨਾਂ ਦੀਆਂ ਬਾਲੀਆਂ ਰਿਸਪੌਂਸਿਬਿਲਿटीज ਨਹੀਂ ਹੈਗੀਆਂ। so these are singular senses and these are plural senses। ਇਹ ਆਪਣੇ ਕੋਲੇ ਵਾਲੀ ਸੈਂਸਸ ਵਾਲਾ ਕੁਐਸਚਨ ਹੋ ਗਿਆ। ਇੱਕ ਗੱਲ ਯਾਦ ਰੱਖਿਓ ਰਾਜੇ ਕਿ ਇਹ ਆਪਣੇ ਕੋਲੇ ਕੋਈ ਟੈਂਸ ਨਹੀਂ ਹੈਗਾ, ਇਹ ਸਿਰਫ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ, ਜਿਹਦੇ ਵਿੱਚ ਆਪਾਂ ਇਜ਼ ਐਮ ਆਰ ਦਾ ਕਨਸੈਪਟ ਕਰ ਲਿਆ, ਹੈਜ਼ ਅ ਹੈਵ ਦਾ ਕਨਸੈਪਟ ਕਰ ਲਿਆ। ਤੇ ਇਹਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਜਿਹੜਾ ਕੁਐਸਚਨ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਮਿਸਟੇਕਸ ਜਿਹੜੇ ਸਟੂਡੈਂਟਸ ਕਮਿਟ ਕਰਦੇ ਆ, ਉਹ ਵਾਲਾ ਕੁਐਸਚਨ ਕਰਦੇ ਆ। ਉਹ ਵਾਲਾ ਕੁਐਸਚਨ ਹੈ ਰਾਜੇ ਵਰਬ ਦਾ। ਸਭ ਤੋਂ ਪਹਿਲਾਂ ਤਾਂ ਸਟੂਡੈਂਟ ਨੂੰ ਐ ਨਹੀਂ ਪਤਾ ਹੁੰਦਾ ਕਿ ਵਾਟ ਇਜ਼ ਅ ਵਰਬ। ਵਰਬ ਦਾ ਮੀਨਿੰਗ ਕੀ ਹੁੰਦਾ? ਵਰਬ ਦਾ ਮੀਨਿੰਗ ਕੀ ਹੁੰਦਾ? ਕਿਰਿਆ। ਕਿਰਿਆ ਦਾ ਮਤਲਬ ਕੀ ਹੁੰਦਾ? ਕੰਮ। ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ, ਆਪਣੀ ਬੋਡੀ ਯੂਜ਼ ਹੁੰਦੀ ਹੈ, ਤਾਂ ਉੱਥੇ ਆਪਣੇ ਕੋਲੇ ਵਰਬ ਦੀ ਪਹਿਲੀ ਫਾਰਮ ਹੁੰਦੀ ਹੈ। ਜਿਵੇਂ ਸਪੋਜ਼ ਕਰੋ ਮੈਂ ਲਿਖਦੀ ਆ ਤਾਂ ਮੇਰਾ ਮਾਰਕਰ ਯੂਜ਼ ਹੋ ਰਿਹਾ, ਮੇਰੇ ਹੈਂਡਸ ਯੂਜ਼ ਹੋ ਰਹੇ ਆ, ਸੋ ਦੈਟਸ ਵਾਈ ਉੱਥੇ ਕੀ ਹੋਊਗਾ, ਵਰਬ ਹੋਊਗਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਨੇ ਫਾਈਂਡ ਆਊਟ ਕਰਨਾ ਇਹਦੇ ਵਿੱਚ ਕਿ ਵਰਬ ਕਿੱਦਾਂ ਲੱਗਣਾ ਹੈਗਾ। ਤਾਂ ਸਬਜੈਕਟ ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ ਆਪਣੇ ਕੋਲੇ ਕਿਹਦੇ ਵਿੱਚ ਲੱਗੂਗਾ, ਪ੍ਰੈਜ਼ੈਂਟ ਟੈਂਸ ਦੇ ਵਿੱਚ। when we describe about the present tense, at that time we have this first of all subject, then after that first form of verb and object। ਕਈ ਬੱਚੇ ਪੰਜਾਬ ਬੋਰਡ ਦੇ ਆਲਮੋਸਟ ਇਹਨੂੰ ਲਰਨ ਕਰਦੇ ਆ ਕਿ ਦਾ ਹੈ, ਦੀ ਹੈ, ਦੇ ਹਨ, ਤਾਂ ਕਰਕੇ ਪ੍ਰੈਜ਼ੈਂਟ ਟੈਂਸ ਹੈ। ਤਾਂ ਹੀ ਤਾਂ ਤੁਹਾਨੂੰ ਇਹ ਚੀਜ਼ ਕਲੀਅਰ ਹੀ ਨਹੀਂ ਹੁੰਦੀ ਕਿ ਪ੍ਰੈਜ਼ੈਂਟ ਟੈਂਸ ਦਾ ਮੇਨ ਪੋਰਸ਼ਨ ਕੀ ਹੈ। ਸੋ ਦੈਟਸ ਵਾਈ ਤੁਹਾਨੂੰ ਜਿਹੜੇ ਟੈਂਸਸ ਤੁਸੀਂ ਐਕਸਪਲੇਨ ਕਰਦੇ ਹੋ ਜਾਂ ਜਿਹੜੇ ਟੈਂਸਸ ਤੁਸੀਂ ਲਰਨ ਕਰਦੇ ਹੋ, ਤੁਹਾਨੂੰ ਡੈਫੀਨੇਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ। ਤਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਜਦੋਂ ਆਪਾਂ ਵਰਬ ਦਾ ਪੋਰਸ਼ਨ ਲਾਉਂਦੇ ਆ ਤਾਂ ਉਹਦੀ ਡੈਫੀਨੇਸ਼ਨਸ ਕੀ ਹੈ ਆਪਣੇ ਕੋਲੇ, ਐਕਟੀਵਿਟੀਜ਼ which we do daily। ਜਿਹੜੀਆਂ ਐਕਟੀਵਿਟੀਜ਼ ਰੋਜ਼ਮਰਾ ਦੀ ਜ਼ਿੰਦਗੀ 'ਚ ਕਰਦੇ ਆ, ਜੋ ਵੀ ਆਪਾਂ ਰੋਜ਼ ਕਰਦੇ ਆ, ਉਹਦੇ ਵਿੱਚ ਕੀ ਯੂਜ਼ ਹੁੰਦਾ ਆਪਣੇ ਕੋਲੇ, ਸਬਜੈਕਟ, ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ। ਤਾਂ ਇਹਦੇ ਵਿੱਚ ਦਾ, ਦੀ ਪੋਰਸ਼ਨ ਨਹੀਂ ਦੇਖੀਦਾ ਹੁੰਦਾ। ਇਹਦੇ ਵਿੱਚ ਸਿਰਫ ਆਪਾਂ ਨੇ ਇਹ ਪੋਰਸ਼ਨ ਦੇਖਣਾ ਕਿ ਕਿਹੜੀਆਂ ਐਕਟੀਵਿਟੀਜ਼ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਰਦੇ ਆ। ਦੈਟ ਇਜ਼ ਨੋਨ ਐਜ਼ ਅ ਪ੍ਰੈਜ਼ੈਂਟ ਟੈਂਸ, ਦੈਟ ਇਜ਼ ਨੋਨ ਐਜ਼ ਅ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਤਾਂ ਕਈ ਸਟੂਡੈਂਟ ਮਤਲਬ ਪੰਜਾਬ ਬੋਰਡ ਦੇ ਕੀ ਕਰਨਗੇ, ਸਬਜੈਕਟ ਪਲੱਸ ਇਜ਼ ਐਮ ਆਰ ਪਲੱਸ ਵਰਬ ਦੀ ਫਸਟ ਫਾਰਮ ਲਾ ਦੇਣਗੇ। ਦੈਟ ਇਜ਼ ਟੋਟਲੀ ਰੋਂਗ। ਤਾਂ ਉਹ ਕੰਪਲੀਟਲੀ ਰੋਂਗ ਹੈ, ਜਿਹੜਾ ਕਦੇ ਵੀ ਨਹੀਂ ਹੁੰਦਾ। ਦੈਟਸ ਵਾਈ ਹੁਣ ਸਮਝੋ ਕਿ ਮੈਂ ਉਹਨੂੰ 3 ਪਾਰਟਸ 'ਚ ਡਿਵਾਈਡ ਕਿਉਂ ਕੀਤਾ ਕਿ ਇਜ਼ ਐਮ ਆਰ ਦਾ ਜਿਹੜਾ ਕਨਸੈਪਟ ਹੈ ਉਹਦਾ ਪਰਪਸ ਅੱਡ ਹੈ, ਹੈਜ਼ ਹੈਵ ਦਾ ਜਿਹੜਾ ਕਨਸੈਪਟ ਹੈ ਉਹਦਾ ਸਟਾਰਟਿੰਗ ਦੇ ਵਿੱਚ ਪੋਰਸ਼ਨ ਅੱਡ ਹੈ, ਤੇ ਆਪਣੇ ਕੋਲੇ ਜਿਹੜਾ ਵਰਬ ਦਾ ਪੋਰਸ਼ਨ ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਆਪਣੇ ਕੋਲੇ ਜਿਹੜੀਆਂ ਪਲੂਰਲ ਸੈਂਸਸ ਹੈ ਉਹਨਾਂ ਦੇ ਵਿੱਚ ਆਪਣੇ ਕੋਲੇ ਕੀ ਲੱਗੂਗਾ, ਸਬਜੈਕਟ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ। ਇਹ ਵਾਲਾ ਕੁਐਸਚਨ ਆਪਾਂ ਪ੍ਰੈਜ਼ੈਂਟ ਦੇ ਜਿਹੜੇ ਇੰਡੈਫੀਨਿਟ ਟੈਂਸ ਦੇ ਵਿੱਚ ਆਪਾਂ ਯੂਜ਼ ਕਰਾਂਗੇ। ਹੁਣ ਮੈਂ ਇਹ ਤੁਹਾਨੂੰ ਦੱਸਦੀ ਹਾਂ, ਜਿਵੇਂ ਮੈਂ ਹੋ ਗਈ, ਮੈਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਦੀ ਹਾਂ, ਮੇਰੀ ਡੇਲੀ ਰੂਟੀਨ ਹੋ ਗਈ। ਜਿਵੇਂ ਆਪਾਂ ਸਾਰੇ ਇੰਟਰਨੈਟ ਨੂੰ ਯੂਜ਼ ਕਰਦੇ ਹਾਂ, ਤਾਂ ਆਪਾਂ ਸਾਰੇ ਜਦੋਂ ਇੰਟਰਨੈਟ ਨੂੰ ਯੂਜ਼ ਕਰਾਂਗੇ ਤਾਂ ਸਬਜੈਕਟ ਸਭ ਤੋਂ ਪਹਿਲਾਂ ਕੀ ਹੋ ਗਿਆ, ਆਪਾਂ, ਠੀਕ ਹੈ, ਕੀ ਹੋ ਗਿਆ, we। ਉਸ ਤੋਂ ਬਾਅਦ ਵਰਬ, ਫਿਰ ਕੀ ਹੋ ਜਾਊਗਾ, we use internet। ਗॉट इट, ठीक है। ਤਾਂ ਫਿਰ ਇਸ ਤਰੀਕੇ ਦੇ ਵਿੱਚ ਕੀ ਆ ਜਾਊਗਾ ਆਪਣੇ ਕੋਲੇ, ਸਬਜੈਕਟ ਵਰਬ ਪਲੱਸ ਆਬਜੈਕਟ। ਇਸ ਤਰੀਕੇ ਨਾਲ ਸੈਂਟੈਂਸ ਫਾਰਮੇਸ਼ਨ ਕਰੋਗੇ ਰਾਜੇ, ਕਦੇ ਵੀ ਗਲਤ ਨਹੀਂ ਹੁੰਦੀ। ਤਾਂ ਕਿਊ ਕਾਰਡਸ ਜਿਹੜੇ ਬੱਚੇ ਬਣਾਉਣ ਬੈਠਦੇ ਆ ਉਹ ਰਟਾਫਿਕੇਸ਼ਨ ਹੀ ਕੰਪਲੀਟ ਕਰੀ ਜਾਂਦੇ ਹੁੰਦੇ ਆ, ਨੈਚੁਰਲ ਬੇਸਿਸ ਤੇ ਆਉਂਦਾ ਹੀ ਨਹੀਂ, ਕਿਉਂਕਿ ਉਹਨਾਂ ਨੂੰ ਪਰਪਸ ਹੀ ਨਹੀਂ ਪਤਾ ਹੁੰਦਾ ਪ੍ਰੈਜ਼ੈਂਟ ਟੈਂਸ ਕਿੱਥੇ ਲੱਗਣਾ, ਪਾਸਟ ਟੈਂਸ ਕਿੱਥੇ ਲੱਗਣਾ। ਤਾਂ ਆਪਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜੀਆਂ ਐਕਟੀਵਿਟੀਜ਼ ਕਰਦੇ ਆ ਉਹੀ ਪ੍ਰੈਜ਼ੈਂਟ ਟੈਂਸ ਹੈ। ਜਿਵੇਂ ਮੈਂ ਡੇਲੀ ਰੂਟੀਨ ਸੁਣਾਣੀ ਹੋਵੇ ਕਿ ਹਾਂ ਮੈਂ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਆ, ਮੈਂ ਉੱਠਦੀ ਆ ਨਾ, ਕੀ ਆ ਜਾਊਗਾ, I get up early in the morning। ਇਹ ਮੇਰਾ ਆਬਜੈਕਟ ਹੋ ਗਿਆ। ਉਸ ਤੋਂ ਬਾਅਦ ਮੈਂ ਕੀ ਕਰਦੀ ਆ, I brush my teeth। ਉਸ ਤੋਂ ਬਾਅਦ ਮੈਂ ਕੀ ਕਰਦੀ ਆ, I prepare the breakfast for my all family। ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਕੀ ਕਰਦੀ ਆ, I teach some of the students and I also take some of the classes। ਤਾਂ ਇਹ ਮੇਰੀ ਡੇਲੀ ਰੂਟੀਨ ਦੇ ਕੁਝ ਵਰਕ ਹੋ ਗਏ ਜਿਹੜੇ ਮੈਂ ਕਰਦੀ ਆ। ਤਾਂ ਇਸੇ ਤਰੀਕੇ ਨਾਲ ਤੁਹਾਨੂੰ ਪ੍ਰੈਜ਼ੈਂਟ ਟੈਂਸ ਤੇ ਕਈ ਵਾਰ ਕਿਊ ਕਾਰਡ ਆ ਜਾਂਦਾ ਜਿਹੜਾ ਤੁਸੀਂ ਰੋਂਗ ਸੁਣਾਉਂਦੇ ਹੋ। ਉਹਦੇ ਵਿੱਚ ਕਿੱਦਾਂ ਆਉਂਦਾ ਹੈ, ਲਾਈਕ describe a activity that you do daily after completion of your school and after completion of your work also। ਤਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਇੱਕ ਜਰਨਲ ਲਾਈਨ ਬਣ ਗਈ ਕਿ ਐਕਟੀਵਿਟੀਜ਼ ਆਰ ਡਨ ਬਾਈ us
ठीक है, इन आवर डेली रूटीन a lot of activities are done by us। ਤਾਂ ਉਸ ਦੇ ਨਾਲ ਨਾਲ ਆਪਾਂ ਕੀ ਦੱਸਾਂਗੇ, ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਵਨ ਆਫ ਦ ਐਕਟੀਵਿਟੀ ਵਿਚ ਆਈ ਡੂ ਡੇਲੀ, ਮੈਂ ਰੋਜ਼ ਕਰਦੀ ਹਾਂ। ਆਈ ਡੂ ਦਿਸ ਐਕਟੀਵਿਟੀ ਇਨ ਦਾ ਈਵਨਿੰਗ ਦੇ ਵਿੱਚ ਕਰਦੀ ਹਾਂ। ਤਾਂ ਦੇਖੋ ਰਾਜੇ ਮੈਂ ਕੀ ਯੂਜ਼ ਕਰ ਰਹੀ ਹਾਂ, ਸਬਜੈਕਟ ਵਰਬ ਪਲੱਸ ਆਬਜੈਕਟ। ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਪ੍ਰੈਜ਼ੈਂਟ ਟੈਂਸ ਆ ਉਹ ਪ੍ਰੋਪਰਲੀ ਕਰੈਕਟ ਹੋ ਜਾਂਦਾ। ਤੇ ਉਸ ਤੋਂ ਬਾਅਦ I do this activity with my friends, वो भी हो गया। फिर उस तो बाद this is one of the activity which always rejuvenates my tired mind, refresh करदा, revitalize करदा मेरे tired mind ਨੂੰ। So that's why ਆਪਾਂ ਨੇ ਕੀ ਲਾਇਆ, subject ਤੇ refresh ਹੋ ਗਿਆ, ਫਿਰ tired mind ਹੋ ਗਿਆ। ਉਹ ਆਪਣਾ ਮੇਨ ਮੋਟਿਵ ਹੋ ਗਿਆ ਜਿਹਨੂੰ ਆਪਾਂ refresh portion ਦੇ ਵਿੱਚ ਯੂਜ਼ ਕਰਦੇ ਹਾਂ। ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਸਿਰਫ plural senses ਦੇ ਵਿੱਚ ਲੱਗੂਗਾ, ਜਿਹਦੇ ਵਿੱਚ ਆਪਣੇ ਕੋਲੇ ਕੀ ਹੁੰਦਾ, I, we, you and they ਹੋ ਗਿਆ। ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਨਾਲ ਐਸ ਔਰ ਈਐਸ ਪਲੱਸ ਆਬਜੈਕਟਸ। ਇਹ ਵਾਲਾ ਜਿਹੜਾ ਕੁਐਸਚਨ ਹੈ ਉਹ ਆਪਣੇ ਕੋਲੇ ਸਿੰਗੂਲਰ ਸੈਂਸਸ ਦੇ ਵਿੱਚ ਲੱਗਦਾ। ਸਿੰਗੂਲਰ ਸੈਂਸਸ ਕਿਹੜੀਆਂ ਹੁੰਦੀਆਂ ਨੇ, ਜਿਵੇਂ ਆਪਾਂ ਹੀ ਹੋ ਗਿਆ, she ਹੋ ਗਿਆ, it ਹੋ ਗਿਆ, ਇਹ ਵਾਲੀਆਂ ਜਿਹੜੀਆਂ ਸਿੰਗੂਲਰ ਸੈਂਸਸ ਹੈ ਉਹਨਾਂ ਵਾਸਤੇ ਲਵਾਂਗੇ। ਫੋਰ ਐਗਜ਼ਾਮਪਲ ਆਪਾਂ ਨੇ ਆਪਣੇ ਮੰਮਾ ਦੀ ਡੇਲੀ ਰੂਟੀਨ ਲਿਖਣੀ ਹੈ ਜਾਂ ਫਿਰ ਮੰਮਾ ਦੀ ਕੋਈ ਐਕਟੀਵਿਟੀ ਲਿਖਣੀ ਹੈ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ, ਤਾਂ ਫਿਰ ਉਹ ਮਾਈ ਮਦਰ ਦੇ ਨਾਲ ਕੀ ਆ ਜਾਊਗਾ, ਮਾਈ ਮਦਰ ਗੈਟਸ ਅਪ अर्ਲੀ ਇਨ ਦਾ ਮਾਰਨਿੰਗ। ਮੈਂ ਕੀ ਕਿਹਾ ਸੀ, ਆਈ ਗੈਟ ਅਪ अर्ਲੀ ਇਨ ਦਾ ਮਾਰਨਿੰਗ, ਬਿਕੋਜ਼ ਕਾਹਤੋਂ ਕਿਹਾ ਸੀਗਾ, ਕਿਉਂਕਿ ਇਹ ਪਲੂਰਲ ਸੈਂਸਸ ਹੈ, ਦੈਟਸ ਵਾਈ ਆਪਾਂ ਉਹਦੇ ਨਾਲ ਕੱਲੀ ਵਰਬ ਦੀ ਫਸਟ ਫਾਰਮ ਲਾਵਾਂਗੇ। ਬਟ ਮਦਰ ਕੀ ਹੈ, ਦੈਟ ਇਜ਼ ਅ ਸਿੰਗੂਲਰ ਸੈਂਸ, ਸੋ ਦੈਟਸ ਵਾਈ ਆਪਾਂ ਕੀ ਲਾਵਾਂਗੇ, ਮਾਈ ਮਦਰ ਗੈਟਸ ਅਪ अर्ਲੀ ਇਨ ਦਾ ਮਾਰਨਿੰਗ। ਇਸੇ ਤਰੀਕੇ ਦੇ ਨਾਲ ਆਪਾਂ ਕੋਈ ਵੀ ਪ੍ਰੈਜ਼ੈਂਟ ਦੇ ਜਿਹੜੇ ਕਿਊ ਕਾਰਡ ਹੈ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਆ। ਨੈਕਸਟ ਵੀਡੀਓ ਦੇ ਵਿੱਚ ਮੈਂ ਇਹਨੂੰ ਪ੍ਰੋਪਰਲੀ ਤੁਹਾਨੂੰ ਐਕਸਪਲੇਨੇਸ਼ਨ ਬੇਸਿਸ ਤੇ ਪ੍ਰੋਪਰਲੀ ਐਕਸਪਲੇਨ ਕਰਨਾ ਸਿਖਾਉਂਗੀ ਕਿ ਆਪਾਂ ਇਹਨੂੰ ਕਿਊ ਕਾਰਡਸ ਦੇ ਵਿੱਚ ਕਿਵੇਂ ਯੂਜ਼ ਕਰਦੇ ਆ ਤੇ ਆਪਣੀ ਰਾਈਟਿੰਗ ਪੋਰਸ਼ਨ ਦੇ ਵਿੱਚ ਕਿਵੇਂ ਯੂਜ਼ ਕਰਦੇ ਆ। ਇਹ ਤਿੰਨੋਂ ਸੈਂਸਸ ਮੈਂ ਡਿਫਰੈਂਟ ਬੇਸਿਸ ਤੇ ਕਰਾਈਆਂ, ਇਹਨਾਂ ਨੂੰ ਕੰਬਾਈਨ ਕਦੇ ਵੀ ਨਹੀਂ ਕਰਨਾ, ਸੋ ਦੈਟ ਯੂ ਕਾਂਟ ਟੇਕ ਐਨੀ ਕਾਈਂਡ ਆਫ ਕਨਫਿਊਜ਼ਨ ਇਨ ਯੋਰ ਮਾਈਂਡ। ਠੀਕ ਹੈ, ਇਸੇ ਤਰੀਕੇ ਦੇ ਨਾਲ ਤੁਹਾਡਾ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਟੈਂਸ ਫਿਨਿਸ਼ ਹੋ ਜਾਊਗਾ। ਹੁਣ ਜਿੰਨੇ ਵੀ ਤੁਹਾਡੇ ਕਿਊ ਕਾਰਡਸ ਆ ਉਹਨਾਂ ਦੇ ਵਿੱਚ ਤੁਸੀਂ ਇੰਪਲੀਮੈਂਟ ਕਰਨਾ ਹੈ ਇਸੇ ਤਰੀਕੇ ਦੇ ਨਾਲ। ਜੇ ਕੋਈ ਵੀ ਤੁਹਾਨੂੰ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਦੇ ਕੁਐਸਚਨਸ ਕਲੀਅਰ ਕਰ ਸਕਦੀ ਹਾਂ। ਤੁਹਾਨੂੰ ਕਿਸ ਤਰੀਕੇ ਦੇ ਡਾਊਟਸ ਆਉਂਦੇ ਆ, ਤੁਹਾਨੂੰ ਕਿਊ ਕਾਰਡਸ ਦੇ ਵਿੱਚ ਪ੍ਰੋਬਲਮ ਹੈ ਕਿ ਟਾਸਕ 1 ਟਾਸਕ 2 ਦੇ ਵਿੱਚ ਪ੍ਰੋਬਲਮ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਤੁਸੀਂ ਮੈਨੂੰ ਡਿਸਕਸ ਕਰੋਗੇ ਕਮੈਂਟ ਬੇਸਿਸ ਤੇ, ਤਾਂ ਮੈਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ। ਇਸ ਤਰੀਕੇ ਦੇ ਨਾਲ ਮੈਂ ਨੈਕਸਟ ਵੀਡੀਓਜ਼ ਦੇ ਵਿੱਚ ਤੁਹਾਡੇ ਸਾਰੇ A to Z ਜਿੰਨੇ ਵੀ ਡਾਊਟਸ ਹੋਣਗੇ ਉਹ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗੀ। ਥੈਂਕ ਯੂ ਸੋ ਮਚ।